संतां के कारज आप खलोया, संतां के कारज हर कम करावण आया राम। वाहिगुरु जी का खालसा, श्री वाहिगुरु जी की फतेह। हुक्मे अंदर सब को कुदरत किस दी करे जवाबा। नवां पिंड श्री दमदमा साहिब ਦੇ ਨਜ਼ਦੀਕ ਜ਼ਿਲ੍ਹਾ ਬਠਿੰਡਾ ਵਿੱਚ ਇੱਕ ਪ੍ਰੇਮੀ ਕਾਲੂ ਨਾਥ ਨਥਾਣੇ ਵਾਲਿਆਂ ਦਾ ਸ਼ਰਧਾਲੂ ਸੀ। ਉਹ ਹਰ ਵਰਸ ਕਾਲੂ ਨਾਥ ਦੇ ਸਥਾਨ ਦੀ ਯਾਤਰਾ ਕਰਨ ਵਾਸਤੇ ਨਥਾਣੇ ਆਇਆ ਕਰਦਾ ਸੀ। ਇੱਕ ਵਾਰ ਉਹ ਆਪਣੇ ਪਿੰਡ ਤੋਂ ਹੁੰਦੇ ਹੋਇਆਂ ਰਸਤੇ ਵਿੱਚ ਭੁੱਚੋਂ ਵਿਖੇ ਪੁੱਜਿਆ। ਬਾਬਾ ਜੀ ਦੇ ਦਰਸ਼ਨ ਕਰਕੇ ਪ੍ਰਸੰਨ ਹੋ ਗਿਆ ਅਤੇ ਚਰਨਾਂ ਵਿੱਚ ਬੈਠ ਗਿਆ। ਮਹਾਂਪੁਰਖਾਂ ਨੇ ਪੁੱਛਿਆ, ਪ੍ਰੇਮੀਆਂ ਕਿੱਥੋਂ ਆਇਆ ਹੈ? ਪ੍ਰੇਮੀ ਹੱਥ ਜੋੜ ਕੇ ਬੋਲਿਆ, ਜੀ ਮੈਂ ਨਵੇਂ ਪਿੰਡ ਤੋਂ ਆਇਆ ਹਾਂ। ਹਜ਼ੂਰ ਨੇ ਪੁੱਛਿਆ, ਜਾਣਾ ਕਿੱਥੇ ਹੈ? ਉਹ ਬੋਲਿਆ, ਜੀ ਮੈਂ ਹਰ ਬਰਸ ਕਾਲੂ ਨਾਥ ਦੀ ਯਾਤਰਾ ਕਰਦਾ ਹਾਂ, ਹੁਣ ਵੀ ਇਸੇ ਵਾਸਤੇ ਚੱਲਿਆ ਹਾਂ। ਬਾਬਾ ਜੀ ਨੇ ਨਵਾਂ ਪਿੰਡ ਕਹਿ ਕੇ ਪਿਛਲੇ ਬਚਨ ਨੂੰ ਫੇਰ ਦੁਹਰਾਇਆ ਅਤੇ ਉਸਨੇ ਵੀ ਨਵਾਂ ਪਿੰਡ ਕਹਿ ਕੇ ਫੇਰ ਦੁਹਰਾਇਆ। ਮਹਾਂਪੁਰਖਾਂ ਨੇ ਫਰਮਾਇਆ, ਤੇਰੇ ਪਿੰਡ ਬਚਿੱਤਰ ਤੀਰਥ ਹੈ ਅਤੇ ਕੀਰਤਪੁਰ ਜੈਸੇ ਪਵਿੱਤਰ ਧਾਮ ਨੂੰ ਛੱਡ ਕੇ ਤੁਸੀਂ ਕਾਲੂ ਨਾਥ ਦੇ ਡੇਰੇ ਕੀ ਲੈਣ ਆਉਂਦੇ ਹੋ? ਤੁਸੀਂ ਕੀਰਤਪੁਰ ਦੀ ਯਾਤਰਾ ਕਰਿਆ ਕਰੋ, ਤੁਹਾਡੀਆਂ ਮਨੋਕਾਮਨਾ ਕੀਰਤਪੁਰ ਤੋਂ ਪੂਰੀਆਂ ਹੋਣਗੀਆਂ। ਪ੍ਰੇਮੀ ਕੁਝ ਸੰਕੋਚ ਨਾਲ ਬੋਲਿਆ, ਜੀ ਬਜ਼ੁਰਗਾਂ ਤੋਂ ਲੈ ਕੇ ਅਸੀਂ ਕਾਲੂ ਨਾਥ ਜੀ ਦੀ ਹੀ ਪੂਜਾ ਕਰਦੇ ਹਾਂ। ਬਾਬਾ ਜੀ ਗੰਭੀਰ ਹੋ ਕੇ ਬੋਲੇ, ਤੁਸੀਂ ਕਦੇ ਕਾਲੂ ਨਾਥ ਨੂੰ ਵੇਖਿਆ ਵੀ ਹੈ? ਉਸ ਪ੍ਰੇਮੀ ਨੇ ਉੱਤਰ ਦਿੱਤਾ, ਜੀ ਕਦੇ ਨਹੀਂ। ਬਾਬਾ ਜੀ ਮੁਸਕਰਾ ਕੇ ਬੋਲੇ, ਜੇਕਰ ਤੈਨੂੰ ਕਾਲੂ ਨਾਥ ਜੀ ਦੇ ਸਾਕਸ਼ਾਤ ਦਰਸ਼ਨ ਕਰਵਾ ਦਈਏ। ਉਸ ਪ੍ਰੇਮੀ ਨੇ ਹੱਥ ਜੋੜ ਕੇ ਬੇਨਤੀ ਕੀਤੀ, ਫਿਰ ਤਾਂ ਆਪ ਜੀ ਦੀ ਬੜੀ ਮਿਹਰਬਾਨੀ ਹੋਵੇਗੀ। ਬਾਬਾ ਜੀ ਨੇ ਬਚਨ ਕੀਤਾ, ਚੰਗਾ ਤਾਂ ਤੂੰ ਅੱਜ ਇੱਥੇ ਹੀ ਰਹਿ। ਇਤਨਾ ਬਚਨ ਕਰਕੇ ਬਾਬਾ ਜੀ ਉੱਠ ਕੇ ਆਪਣੇ ਆਸਣ ਉੱਤੇ ਅੰਦਰ ਚਲੇ ਗਏ। ਨਵੇਂ ਪਿੰਡ ਵਾਲਾ ਪ੍ਰੇਮੀ ਕੁਝ ਚਿਰ ਆਰਾਮ ਕਰਕੇ ਡੇਰੇ ਦੇ ਛਿਪਦੇ ਵਾਲੇ ਪਾਸੇ ਭ੍ਰਮਣ ਕਰਨ ਚਲਾ ਗਿਆ। ਉਸ ਵਕਤ ਇੱਕ ਪਾਸੇ ਜੰਗਲ ਅਤੇ ਰੇਤ ਦੇ ਟਿੱਬੇ ਸਨ। ਉਹ ਤੁਰਦਾ ਫਿਰਦਾ ਝਾੜੀਆਂ ਵਿੱਚ ਦੂਰ ਨਿਕਲ ਗਿਆ। ਉਸ ਨੂੰ ਅੱਗੇ ਇੱਕ ਸਾਧੂ ਮਿਲਿਆ ਜੋ 90-95 ਸਾਲ ਦੀ ਉਮਰ ਦਾ ਪ੍ਰਤੀਤ ਹੁੰਦਾ ਸੀ, ਜਿਸ ਦੇ ਕੰਨਾਂ ਵਿੱਚ ਮੁੰਦਰਾਂ, ਸਿਰ ਤੋਂ ਰੋਡਾ, ਲੱਕ ਸਿਰ ਲੰਗੋਟੀ, ਹੱਥ ਵਿੱਚ ਤੰਬਾ ਅਤੇ ਚਿਮਟਾ, ਪੈਰਾਂ ਵਿੱਚ ਪੁਰਾਣੀਆਂ ਖੜਾਵਾਂ, ਕੁੱਬਾ ਹੋਇਆ ਸਰੀਰ, ਅਤੀ ਕਮਜ਼ੋਰ, ਹੌਲੀ ਹੌਲੀ ਤੁਰ ਰਿਹਾ ਸੀ। ਇਸ ਪ੍ਰੇਮੀ ਦੇ ਕੋਲ ਆ ਗਿਆ। ਸਾਧੂ ਜਾਣ ਕੇ ਇਸਨੇ ਨਮਸਕਾਰ ਕੀਤੀ। ਉਪਰੰਤ ਉਹ ਸਾਧੂ ਬੋਲਿਆ, ਭਾਈ ਰੂਮੀ ਵਾਲੇ ਮਹਾਰਾਜ ਪਾਸ ਦਰਸ਼ਨ ਕਰਨ ਠਹਿਰੇ ਹੋ? ਇਸ ਪ੍ਰੇਮੀ ਦੇ ਹਾਂ ਕਹਿਣ 'ਤੇ ਉਹ ਸਾਧੂ ਬੋਲਿਆ, ਧੰਨ ਸੰਤ ਮਹਾਂ ਹਰਨਾਮ ਸਿੰਘ ਜੀ ਮਹਾਰਾਜ, ਜਿਨ੍ਹਾਂ ਦਾ ਨਾਮ ਲਿਆਂ ਰਸਨਾ ਪਵਿੱਤਰ ਹੁੰਦੀ ਹੈ। ਇਤਨਾ ਕੁਝ ਕਹਿ ਕੇ ਉਹ ਸਾਧੂ ਅੱਗੇ ਨੂੰ ਤੁਰ ਗਿਆ ਅਤੇ ਨਵੇਂ ਪਿੰਡ ਵਾਲਾ ਪ੍ਰੇਮੀ ਵਾਪਸ ਡੇਰੇ ਆ ਗਿਆ। ਅੱਗੇ ਮਹਾਂਪੁਰਖ ਆਪਣੇ ਆਸਣ ਉੱਤੇ ਬਾਹਰ ਬੈਠੇ ਸਨ। ਹੋਰ ਸੰਗਤ ਵੀ ਬੈਠੀ ਸੀ, ਬਚਨ ਸਰਵਣ ਕਰ ਰਹੇ ਸਨ। ਇਹ ਪ੍ਰੇਮੀ ਸੰਗਤ ਵਿੱਚ ਬੈਠ ਗਿਆ।
ਕਾਫੀ ਸਮੇਂ ਤੋਂ ਬਾਅਦ ਮਹਾਂਪੁਰਖਾਂ ਨੇ ਨਵੇਂ ਪਿੰਡ ਵਾਲੇ ਪ੍ਰੇਮੀ ਨੂੰ ਸੰਬੋਧਨ ਕਰਕੇ ਪੁੱਛਿਆ, ਕਿਉਂ ਭਾਈ ਕਾਲੂ ਨਾਥ ਦੇ ਦਰਸ਼ਨ ਕੀਤੇ? ਨਵੇਂ ਪਿੰਡ ਵਾਲਾ ਪ੍ਰੇਮੀ ਹੱਥ ਜੋੜ ਕੇ ਬੋਲਿਆ, ਜੀ ਅਜੇ ਨਹੀਂ। ਮਹਾਂਪੁਰਖਾਂ ਨੇ ਫਰਮਾਇਆ, ਭਾਈ ਦਰਸ਼ਨ ਤਾਂ ਹੋਏ ਹਨ। ਉਸਨੇ ਫਿਰ ਕਿਹਾ, ਜੀ ਨਹੀਂ ਹੋਏ। ਬਾਬਾ ਜੀ ਨੇ ਫਰਮਾਇਆ, ਹੋਏ ਕਿਉਂ ਨਹੀਂ? ਜੋ ਸਾਧੂ ਹੁਣੇ ਤੁਹਾਨੂੰ ਜੰਗਲ ਵਿੱਚ ਮਿਲਿਆ ਸੀ ਉਹ ਕਾਲੂ ਨਾਥ ਸੀ। ਉਹ ਹੈਰਾਨ ਹੋ ਕੇ ਬੋਲਿਆ, ਜੀ ਉਹ ਕਾਲੂ ਨਾਥ ਸੀ? ਬਾਬਾ ਜੀ ਨੇ ਸੁਭਾਵਕ ਕਹਿ ਦਿੱਤਾ, ਉਹੀ ਕਾਲੂ ਨਾਥ ਸੀ, ਨਵੇਂ ਪਿੰਡ ਵਾਲਾ। ਪ੍ਰੇਮੀ ਕੁਝ ਨੇੜੇ ਹੋ ਕੇ ਚਰਨਾਂ ਵਿੱਚ ਝੁਕ ਕੇ ਅਚਰਜ ਹੋ ਕੇ ਬੋਲਿਆ, ਮਹਾਰਾਜ ਉਹ ਤਾਂ ਮੰਗਤਾ ਜਿਹਾ ਲੱਗਾ ਸੀ। ਮੈਂ ਸਮਝਦਾ ਸੀ ਕਾਲੂ ਨਾਥ ਬੜਾ ਰਿਸ਼ਟ ਪੁਸ਼ਟ ਚਮਤਕਾਰੀ ਸੋਹਣਾ ਪੁਰਖ ਹੋਵੇਗਾ, ਜਿਸ ਦੇ ਵੱਲ ਅਸੀਂ ਵੇਖ ਵੀ ਨਹੀਂ ਸਕਾਂਗੇ, ਪਰ ਇਹ ਤਾਂ ਸਧਾਰਨ ਗਰੀਬ ਜਿਹਾ ਸੰਤ ਸੀ। ਉਪਰੰਤ ਬਾਬਾ ਜੀ ਨੇ ਉੱਤਰ ਦਿੱਤਾ, ਭਾਈ ਸੰਤ ਤਾਂ ਗਰੀਬ ਜਿਹੇ ਹੀ ਹੁੰਦੇ ਹਨ। ਉਸ ਪ੍ਰੇਮੀ ਨੇ ਕਿਹਾ, ਜੀ ਮੇਰੇ ਉੱਪਰ ਉਸ ਦਾ ਕੋਈ ਅਸਰ ਨਹੀਂ ਹੋਇਆ। ਹਜੂਰ ਮੁਸਕਰਾ ਕੇ ਬੋਲੇ, ਭਾਈ ਇਹ ਤਾਂ ਤੇਰੀ ਮਰਜ਼ੀ ਹੈ, ਜਿਹੋ ਜਿਹੀ ਭਾਵਨਾ ਰੱਖੋ, ਪਰ ਅਸੀਂ ਤੈਨੂੰ ਕਿਹਾ ਹੈ ਸਰਬ ਇੱਛਾ ਪੂਰਨ ਕਲਪ ਬ੍ਰਿਸ਼ ਪਰਮ ਧਾਮ ਕੀਰਤਪੁਰ ਤੇਰੇ ਆਪਣੇ ਪਿੰਡ ਹੈ, ਉੱਥੇ ਹਾਜ਼ਰੀ ਭਰਿਆ ਕਰੋ, ਤੁਹਾਨੂੰ ਭੋਗ ਮੋਖ ਸਰਵ ਪਦਾਰਥ ਪ੍ਰਾਪਤ ਹੋਣਗੇ। ਉਹ ਪ੍ਰੇਮੀ ਬਾਬਾ ਜੀ ਦਾ ਧੰਨਵਾਦ ਕਰਕੇ ਬਚਨ ਮੰਨਦਾ ਹੋਇਆ ਵਾਪਸ ਨਵੇਂ ਪਿੰਡ ਚਲਾ ਗਿਆ। ਉਹ ਸਾਰਾ ਪਰਿਵਾਰ ਹੀ ਅੱਗੇ ਤੋਂ ਕੀਰਤਪੁਰ ਦਾ ਸ਼ਰਧਾਲੂ ਬਣ ਗਿਆ, ਹੁਣ ਤੱਕ ਸੇਵਾ ਕਰ ਰਿਹਾ ਹੈ। ਇਹ ਪ੍ਰਸੰਗ ਸੰਤ ਹਾਕਮ ਸਿੰਘ ਜੀ ਕੀਰਤਪੁਰ ਨਵਾਂ ਪਿੰਡ ਵਾਲਿਆਂ ਨੇ ਸੁਣਾਇਆ, ਜੋ ਪਾਠਕਾਂ ਦੇ ਲਈ ਗਿਆਨੀ ਬਲਵੰਤ ਸਿੰਘ ਕੋਠਾ ਗੁਰੂ ਕਾ ਵਾਲਿਆਂ ਨੇ ਲੇਖਕ ਦਾਸ ਨੂੰ ਲਿਖ ਕੇ ਭੇਜਿਆ। ਤਉ ਮੈਂ ਆਇਆ ਸਰਣੀ ਆਇਆ, ਭਰੋਸੇ ਆਇਆ, ਕਿਰਪਾ ਆਇਆ। ਸਰਦਾਰ ਗੁਰਬਚਨ ਸਿੰਘ ਤਹਿਸੀਲਦਾਰ ਭੰਦੌੜ ਵਾਲਿਆਂ ਦੀ ਭੈਣ ਨਾਭੇ ਸ਼ਹਿਰ ਅੰਦਰ ਬਿਮਾਰ ਸੀ। ਨਾਭੇ ਦੇ ਹਕੀਮਾਂ ਡਾਕਟਰਾਂ ਨੇ ਉਸ ਨੂੰ ਜਵਾਬ ਦੇ ਦਿੱਤਾ ਸੀ। ਵਾਪਸ ਆਉਂਦਿਆਂ ਗੱਡੀ ਵਿੱਚ ਇੱਕ ਮਾਈ ਮਿਲੀ। ਇਸ ਬੀਬੀ ਵੱਲ ਵੇਖ ਕੇ ਪੁੱਛਿਆ, ਬਿਮਾਰ ਹੈ? ਉਸ ਦੇ ਪੁੱਛਣ ਤੇ ਬੀਬੀ ਦੀ ਮਾਂ ਨੇ ਉਸ ਨੂੰ ਬੈਠਣ ਤੋਂ ਰੋਕ ਦਿੱਤਾ। ਸਰਦਾਰ ਗੁਰਬਚਨ ਸਿੰਘ ਦੀ ਭੈਣ ਨੇ ਉਸ ਨੂੰ ਕਿਹਾ ਕਿ ਚੜ੍ਹ ਜਾਣ ਦੇ, ਰੋਕ ਨਾ। ਤਾਂ ਅੱਗੋਂ ਉਹ ਕਹਿਣ ਲੱਗੀ ਕਿ ਇਹ ਫਸਟ ਕਲਾਸ ਦਾ ਡੱਬਾ ਹੈ, ਜੇ ਟੀਟੀ ਆਇਆ ਤਾਂ ਤੰਗ ਕਰੂ। ਤਾਂ ਬੀਬੀ ਨੇ ਕਿਹਾ, ਮਾਂ ਇਸ ਦੀ ਟਿਕਟ ਦੇ ਪੈਸੇ ਤੂੰ ਦੇ ਦੇਵੀਂ, ਨਾਲ ਹੀ ਬਿਠਾ ਲੈ। ਤੇ ਨਾਲ ਹੀ ਮਾਈ ਨੂੰ ਬਿਠਾ ਲਿਆ। ਧੂਰੀ ਆ ਕੇ ਗੱਡੀ ਬਦਲੀ ਤਾਂ ਨਾਲ ਹੀ ਮਾਈ ਉਤਰ ਪਈ। ਰਸਤੇ ਵਿੱਚ ਮਾਈ ਨੇ ਬੀਬੀ ਦੀ ਮਾਂ ਨੂੰ ਪੁੱਛਿਆ ਕਿ ਇਸ ਨੂੰ ਕੀ ਗੱਲ ਹੈ? ਤਾਂ ਅੱਗੋਂ ਜਵਾਬ ਦਿੱਤਾ ਕਿ ਇਹ ਬਿਮਾਰ ਹੈ। ਸਾਰੇ ਵੈਦਾਂ ਹਕੀਮਾਂ ਨੇ ਜਵਾਬ ਦੇ ਦਿੱਤਾ ਹੈ, ਹੁਣ ਇਸ ਨੂੰ ਘਰ ਲਿਜਾ ਰਹੀ ਹਾਂ। ਇਹ ਗੱਲ ਉਸਨੇ ਮਾਈ ਦੇ ਕੰਨ ਵਿੱਚ ਕਹੀ ਤਾਂ ਕਿ ਇਹ ਗੱਲ ਬੀਬੀ ਨੂੰ ਨਾ ਸੁਣ ਸਕੇ, ਪਰ ਬਿਮਾਰ ਪਈ ਬੀਬੀ ਸਭ ਕੁਝ ਸੁਣੀ ਜਾਂਦੀ ਸੀ। ਉਪਰੰਤ ਉਸ ਮਾਈ ਨੂੰ ਪੁੱਛਿਆ ਕਿ ਤੂੰ ਕਿੱਥੇ ਚੱਲੀ ਹੈ? ਉਸ ਮਾਈ ਨੇ ਦੱਸਿਆ ਕਿ ਰੂਮੀ ਵਾਲੇ ਸੰਤਾਂ ਕੋਲ ਚੱਲੀ ਹਾਂ, ਉਹ ਬੜੇ ਪੂਰਨ ਮਹਾਂਪੁਰਖ ਹਨ, ਅਸੀਂ ਕਈ ਵਾਰ ਦਰਸ਼ਨ ਕੀਤੇ ਹਨ। ਜੇ ਮੇਰੀ ਮੰਨੇ
ਤਾਂ ਇਸ ਬੀਬੀ ਨੂੰ ਘਰ ਨਾ ਲਿਜਾ, ਉੱਥੇ ਲੈ ਚੱਲ। ਉੱਥੇ ਪਹਿਲਾਂ ਕੁਝ ਦੇਰ ਤੈਨੂੰ ਅੰਦਰ ਨਹੀਂ ਜਾਣ ਦੇਣਾ। ਤੂੰ ਇਸ ਲੜਕੀ ਨੂੰ ਲੈ ਕੇ ਬੈਠੀ ਰਹੀਂ। ਉਹਨਾਂ ਦਾ ਉੱਪਰੋਂ ਸੁਭਾਅ ਗੁੱਸੇ ਵਾਲਾ ਲੱਗਦਾ ਹੈ, ਪਰ ਬਖਸ਼ਣ ਲੱਗੇ ਦੇਰ ਨਹੀਂ ਕਰਦੇ। ਅੱਗੋਂ ਮਾਈ ਨੇ ਜਵਾਬ ਦਿੱਤਾ ਕਿ ਇਸ ਵਾਰੀ ਤਾਂ ਮੈਂ ਭੰਦੌੜ ਪਿੰਡ ਲੈ ਕੇ ਜਾਵਾਂਗੀ, ਫਿਰ ਘਰ ਸਲਾਹ ਕਰਕੇ ਆਵਾਂਗੇ। ਪਰ ਬਿਮਾਰ ਬੀਬੀ ਸਾਰੀਆਂ ਗੱਲਾਂ ਸੁਣਨ ਤੋਂ ਬਾਅਦ ਕਹਿਣ ਲੱਗੀ ਕਿ ਮੈਨੂੰ ਹੁਣੇ ਹੀ ਬਾਬਾ ਜੀ ਦੇ ਚਰਨਾਂ ਵਿੱਚ ਲੈ ਚੱਲੋ। ਮੈਂ ਅਜੇ ਘਰ ਨਹੀਂ ਜਾਣਾ। ਜੇ ਮੈਂ ਮਰ ਗਈ ਫਿਰ ਕੀ ਹੋਵੇਗਾ? ਪਰ ਮਾਂ ਅਜੇ ਵੀ ਨਹੀਂ ਸੀ ਮੰਨਦੀ। ਫਿਰ ਸਰਦਾਰ ਗੁਰਬਚਨ ਸਿੰਘ ਤਹਿਸੀਲਦਾਰ ਨਾਲ ਨਹੀਂ ਸਨ, ਪਰ ਇਸ ਵੇਲੇ ਉਹਨਾਂ ਦੇ ਨਾਲ ਚਪੜਾਸੀ ਸੀ। ਤਾਂ ਚਪੜਾਸੀ ਨੇ ਵੀ ਕਿਹਾ ਕਿ ਮਾਂ ਲੈ ਚੱਲੋ, ਦੇਰ ਨਾ ਕਰੋ। ਮੈਂ ਸਰਦਾਰ ਸਾਹਿਬ ਨੂੰ ਆਪੇ ਸਮਝਾ ਦੇਵਾਂਗਾ ਕਿ ਬਾਬਾ ਜੀ ਦੇ ਚਰਨਾਂ ਵਿੱਚ ਲੈ ਕੇ ਗਏ ਸੀ। ਆਖਰ ਨੂੰ ਬਾਬਾ ਜੀ ਦੇ ਪਾਸ ਲੈ ਆਏ। ਜਿਸ ਵਕਤ ਆਏ, ਬਾਬਾ ਜੀ ਅੰਦਰ ਨਾ ਆਉਣ ਦੇਣ। ਇਤਨੇ ਚਿਰ ਨੂੰ ਦਿਨ ਛਿਪਣ ਦਾ ਟਾਈਮ ਹੋ ਗਿਆ। ਬਾਬਾ ਜੀ ਦੁੱਧ ਛਕਣ ਵਾਸਤੇ ਆਸਣ ਤੋਂ ਉੱਠ ਕੇ ਆਏ। ਫਿਰ ਸਾਰੀ ਸੰਗਤ ਨੇ ਬੇਨਤੀ ਕੀਤੀ ਕਿ ਮਹਾਰਾਜ ਜੀ, ਉਹ ਮਾਈ ਤੇ ਬੀਬੀ ਨੂੰ ਅੰਦਰ ਬੁਲਾ ਲਵੋ। ਫਿਰ ਅੰਦਰ ਜਾਣ ਦੀ ਆਗਿਆ ਹੋ ਗਈ। ਬੀਬੀ ਨੂੰ ਅੰਦਰ ਬੁਲਾ ਕੇ ਕਹਿਣ ਲੱਗੇ, ਤੇਰਾ ਮਰਨ ਨੂੰ ਜੀ ਕਰਦਾ ਹੈ ਕਿ ਜਿਉਣ ਨੂੰ? ਅੱਗੋਂ ਬੀਬੀ ਨੇ ਜਵਾਬ ਦਿੱਤਾ ਕਿ ਸੱਚੇ ਪਾਤਸ਼ਾਹ, ਮਾਰੋ ਚਾਹੇ ਰੱਖ ਲਵੋ, ਜਿਵੇਂ ਬਾਣੀ ਵਿੱਚ ਲਿਖਿਆ ਹੈ, ਜਬ ਹਮ ਸਰਣ ਪ੍ਰਭੂ ਕੀ ਆਈ, ਰਾਖ ਪ੍ਰਭੂ ਭਾਵੇਂ ਮਾਰ। ਬਾਬਾ ਜੀ ਮੁਸਕਰਾ ਕੇ ਬੋਲੇ ਕਿ ਦੇਵੀ, ਤੇਰੀ ਉਮਰ ਤਾਂ ਛੋਟੀ ਹੈ, ਗੱਲ ਬੜੀ ਵੱਡੀ ਕੀਤੀ। ਸਰਦਾਰਾਂ ਦੀ ਕੁੜੀ ਹੋਣ ਕਰਕੇ ਸਿਆਣੀ ਹੈ। ਉਮਰ ਤਾਂ ਤੇਰੀ 13 ਸਾਲ ਦੀ ਹੈ। ਫਿਰ ਪੁੱਛਿਆ, ਕਿਉਂ ਠੀਕ ਹੈ? ਅੱਗੋਂ ਬੀਬੀ ਦੀ ਮਾਤਾ ਨੇ ਵੀ ਹਾਂ ਵਿੱਚ ਸਿਰ ਹਿਲਾਇਆ। ਇਤਨੀ ਦੇਰ ਨੂੰ ਪ੍ਰਸ਼ਾਦੇ ਦਾ ਵਕਤ ਹੋ ਗਿਆ ਤਾਂ ਹੁਕਮ ਅਨੁਸਾਰ 2 ਪ੍ਰਸਾਦੇ ਬਾਜਰੇ ਦੇ ਤੇ ਡੇਲਿਆਂ ਦਾ ਅਚਾਰ ਨਾਲ ਗੰਢਾ ਦੇ ਦਿੱਤਾ। ਬੀਬੀ ਨੇ ਝੋਲੀ ਵਿੱਚ ਪਵਾ ਲਿਆ। ਸਣੇ ਛਿਲਕੇ ਗੰਢਾ 2 ਪ੍ਰਸ਼ਾਦੇ ਛਕ ਲਏ। ਵੇਖਣ ਵਾਲੀ ਸੰਗਤ ਕਹਿਣ ਲੱਗੀ ਕਿ ਇਹ ਕੁੜੀ ਨਹੀਂ ਬਚਦੀ। ਉਪਰੰਤ ਪ੍ਰਸ਼ਾਦੇ ਛਕਣ ਤੇ ਬੀਬੀ ਬੜੇ ਆਰਾਮ ਨਾਲ ਸੌਂ ਗਈ। ਰਾਤ ਨੂੰ 12 ਵਜੇ ਬਾਬਾ ਜੀ ਨੇ ਆਵਾਜ਼ ਦਿੱਤੀ, ਮਾਈ ਅਤੇ ਬੀਬੀ ਨੂੰ ਬੁਲਾਓ। ਹੁਕਮ ਦੇ ਕੇ ਬੱਠਲ ਅਤੇ ਪਾਣੀ ਦੀ ਬਾਲਟੀ ਮੰਗਵਾ ਲਈ। ਇੱਕ ਨਾਲ ਚਿਮਟਾ ਵੀ ਮੰਗਵਾ ਲਿਆ। ਬਾਲਟੀ ਵੀ ਲੋਹੇ ਦੀ, ਚਿਮਟਾ ਵੀ ਲੋਹੇ ਦਾ, ਸਿਰਫ ਬੱਠਲ ਹੀ ਮਿੱਟੀ ਦਾ ਸੀ। ਕਿੱਥੇ ਲੋਹਾ ਮੱਥੇ ਨਹੀਂ ਲਾਉਣਾ, ਕਿੱਥੇ ਸਭ ਕੋਲ ਰਖਵਾ ਲਿਆ। ਰਜਾ ਦੇ ਮਾਲਕ ਨਿਯਮ ਬਣਾ ਦਿੰਦੇ ਹਨ, ਆਪਣੇ ਨਿਯਮ ਨੂੰ ਆਪ ਹੀ ਤੋੜ ਦਿੰਦੇ ਹਨ। ਸੇਵਕਾਂ ਖਾਤਰ ਸਭ ਕੁਝ ਕਰ ਲੈਂਦੇ ਹਨ। ਉਪਰੰਤ ਉਸ ਪਾਣੀ ਨੂੰ ਬੱਠਲ ਵਿੱਚ ਪਾ ਕੇ ਮਾਈ ਨੂੰ ਹੁਕਮ ਦਿੱਤਾ ਕਿ ਪਾਣੀ ਸਣੇ ਬੱਠਲ ਚੁੱਕ ਲੈ। ਬੀਬੀ ਨੂੰ ਹੁਕਮ ਹੋਇਆ ਕਿ ਕਰੀਰਾਂ ਵਾਲੇ ਪਾਸੇ ਚਲੀ ਜਾ। ਨਾਲ ਇੱਕ ਸੇਵਾਦਾਰ ਭੇਜਿਆ ਤੇ ਕਿਹਾ, ਤੂੰ ਦੂਰ ਖੜਾ ਰਹੀਂ। ਬੀਬੀ ਵੱਲ ਪਿੱਛਾ ਕਰਕੇ ਤੇ ਨਾਲ ਹੀ ਚਿਮਟਾ ਦੇ ਦਿੱਤਾ। ਬਚਨ ਕੀਤਾ ਕਿ ਦੇਖੀ ਡਰੀ ਨਾ। ਉੱਥੇ ਜਾ ਕੇ ਇਸ਼ਨਾਨ ਕਰ ਲੈ ਅਤੇ ਕੱਪੜੇ ਬਦਲ ਕੇ ਆ। ਬੱਠਲ ਮੂਧਾ ਮਾਰ ਦੇਵੀਂ, ਫੇਰ ਸਾਡੇ ਕੋਲ ਆ ਜਾਵੀਂ।
ਫਿਰ ਬੀਬੀ ਨੂੰ ਵੀ ਬੁਲਾ ਲਿਆ। ਬੀਬੀ ਦੀ ਮਾਂ ਕੋਲੋਂ 13 ਬਚਨ ਲਏ। 13 ਵਾਰੀ ਉਸ ਦੀ ਸਰਾਂ ਕੀਤੀ। ਫਿਰ 13 ਵਾਰੀ ਸਕੀਨ ਘਰ ਦੇ ਕੋਲ ਸਰਾਂ ਕਰਕੇ ਫਿਰ 13 ਵਾਰੀ ਬੀਬੀ ਜੀ ਦੇ ਬਚਨ ਲਏ। ਫਿਰ ਮਾਈ ਨੂੰ ਕਿਹਾ ਕਿ ਬੀਬੀ ਕੋਲੋਂ ਪੁੱਛ ਲੈ, ਇਹ ਠੀਕ ਹੋ ਗਈ ਹੈ। ਹੁਣ ਅਸੀਂ ਇਸ ਨੂੰ ਜਾਣ ਨਹੀਂ ਦੇਣਾ ਜਿੰਨਾ ਚਿਰ ਤੂੰ ਇਸ ਦੀ ਮੰਗਣੀ ਨਹੀਂ ਕਰਦੀ। ਫਿਰ ਜਿਸ ਵਕਤ ਬੀਬੀ ਦਾ ਮੰਗਣਾ ਕੀਤਾ, ਫਿਰ ਬੀਬੀ ਦਰਸ਼ਨ ਕਰਨ ਆਈ। ਸਰਦਾਰ ਗੁਰਬਚਨ ਸਿੰਘ ਤਹਿਸੀਲਦਾਰ ਉਸ ਵੇਲੇ ਨਥਾਣੇ ਸਨ। ਬਾਬਾ ਜੀ ਦੇ ਦਰਸ਼ਨ ਕਰਨ ਆਇਆ ਤੋਂ ਬੜੇ ਪ੍ਰਸੰਨ ਹੋਏ। ਫਿਰ ਹੁਕਮ ਹੋਇਆ ਕਿ ਸਾਡੇ ਵਾਸਤੇ ਦੁੱਧ ਭੇਜਿਆ ਕਰੋ, ਅਸੀਂ ਛਕਿਆ ਕਰਾਂਗੇ। ਇੱਕ ਬੰਦਾ ਦੁੱਧ ਦਾ ਦੋਹਣਾ ਲੈ ਕੇ ਸਵੇਰੇ ਸ਼ਾਮ 2 ਟਾਈਮ ਲਿਆਉਣ ਦਾ ਹੁਕਮ ਹੋਇਆ। ਹੁਕਮ ਅਨੁਸਾਰ 2 ਸਾਲ ਦੋਵੇਂ ਟਾਈਮ ਦੁੱਧ ਆਉਂਦਾ ਰਿਹਾ। ਇੱਕ ਵਾਰ ਤਹਿਸੀਲਦਾਰ ਗੁਰਬਚਨ ਸਿੰਘ ਬਾਬਾ ਜੀ ਨੂੰ ਮੱਥਾ ਟੇਕਣ ਆਇਆ। ਉਸ ਦਿਨ ਬਾਬਾ ਜੀ ਨੇ ਬਚਨ ਕੀਤਾ ਕਿ ਤੂੰ ਇਹ ਨੌਕਰੀ ਛੱਡ ਦੇ ਤੇ ਤਨਖਾਹ ਦਾ ਪੈਸਾ ਨਾ ਲਿਆ ਕਰ, ਘਰੇ ਰਿਹਾ ਕਰ ਤੇ ਪਹਿਲੀ ਪੌੜੀ ਦਾ ਪਾਠ ਕਰਿਆ ਕਰ। ਇਸ ਤੋਂ ਉਪਰੰਤ ਤਹਿਸੀਲਦਾਰ ਸਾਹਿਬ ਨੇ ਨੌਕਰੀ ਛੱਡ ਦਿੱਤੀ ਤੇ ਘਰ ਰਹਿ ਕੇ ਪਾਠ ਕਰਨ ਲੱਗ ਪਏ। ਇਹ ਬਚਨ ਬੀਬੀ ਹਰਪਾਲ ਕੌਰ ਸਪੁੱਤਰੀ ਸਰਦਾਰ ਗੁਰਬਚਨ ਸਿੰਘ ਭੰਦੌੜ ਤੋਂ ਪ੍ਰਾਪਤ ਹੋਏ। ਕਬੀਰ ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪ ਤੇ, ਕਿਆ ਲਾਗੇ ਮੇਰਾ। ਇੱਕ ਵਾਰ ਕਲੇਰਾਂ ਵਾਲੇ ਬਾਬਾ ਜੀ ਭੁੱਚੋ ਆਏ ਸਨ। ਭੁੱਚੋ ਵਾਲੇ ਬਾਬਾ ਜੀ ਨੇ ਬਾਬਾ ਜੀ ਨੂੰ ਸੰਬੋਧਨ ਕਰਕੇ ਬਚਨ ਕੀਤਾ ਕਿ ਮਹਾਂਪੁਰਖੋ, ਅਸੀਂ ਚਾਹੁੰਦੇ ਹਾਂ ਤੁਸੀਂ ਤਖਤ 'ਤੇ ਬੈਠੋ। ਹੁਣ ਤੁਸੀਂ ਭੁੰਜੇ ਬੈਠੇ ਸੌਂਦੇ ਨਹੀਂ, ਤੁਹਾਡੇ ਸੀਸ 'ਤੇ ਚੌਰ ਤੇ ਛਤਰ ਹੋਵੇ, ਅਸੀਂ ਅੱਖੀਂ ਵੇਖੀਏ। ਉੱਤਰ ਵਿੱਚ ਬਾਬਾ ਆਨੰਦ ਸਿੰਘ ਜੀ ਨੇ ਹੱਥ ਜੋੜ ਕੇ ਬੇਨਤੀ ਕੀਤੀ ਕਿ ਗਰੀਬ ਨਵਾਜ਼ ਤਖਤ ਉੱਪਰ ਤਾਂ ਤੁਸੀਂ ਬੈਠੋ, ਚੌਰ ਤੇ ਛਤਰ ਵੀ ਤੁਹਾਡੇ ਸੀਸ ਉੱਪਰ ਹੀ ਹੋਵੇ ਤੇ ਦਾਸ ਤੁਹਾਡੇ ਚਰਨਾਂ ਵਿੱਚ ਬੈਠਾ ਹੋਵੇ। ਤੇ ਉਪਰੰਤ ਭੁੱਚੋ ਵਾਲੇ ਬਾਬਾ ਜੀ ਨੇ ਕਿਹਾ ਕਿ ਨਹੀਂ, ਹੁਣ ਤੁਹਾਡਾ ਸਮਾਂ ਹੈ। ਬਾਬਾ ਜੀ ਕਲੇਰਾਂ ਵਾਲਿਆਂ ਨੇ ਫਿਰ ਵੀ ਇਨਕਾਰ ਕਰ ਦਿੱਤਾ। ਫਿਰ ਭੁੱਚੋ ਵਾਲਿਆਂ ਹੁਕਮ ਕੀਤਾ ਕਿ ਫਿਰ ਮੰਗ ਕੇ ਖਾਓ। ਬਚਨ ਅਨੁਸਾਰ ਬਾਬਾ ਜੀ ਆਪਣਾ ਮਿੱਟੀ ਦਾ ਪਿਆਲਾ ਲੈ ਕੇ ਮੰਗਣ ਤੁਰ ਪਏ। ਸਾਰਾ ਦਿਨ ਬਾਹਰ ਹੀ ਰਹੇ, ਪਤਾ ਨਹੀਂ ਕਿੱਥੋਂ ਕੁਝ ਮਿਲਿਆ ਜਾਂ ਨਹੀਂ। ਰਾਤ ਬੀਤ ਜਾਣ ਤੋਂ ਮਗਰੋਂ ਅਗਲੇ ਦਿਨ ਬਾਬਾ ਜੀ ਪਾਸ ਆਏ ਤਾਂ ਫਿਰ ਇਹੋ ਹੀ ਹੁਕਮ ਹੋਇਆ। ਫਿਰ ਬਾਬਾ ਜੀ ਦੇ ਕਹੇ ਤਖਤ 'ਤੇ ਬੈਠਣ ਤੋਂ ਇਨਕਾਰ ਕਰਨ 'ਤੇ ਦੂਜੀ ਵਾਰ ਫਿਰ ਮੰਗ ਕੇ ਖਾਣ ਦਾ ਹੁਕਮ ਹੋਇਆ। ਹੁਕਮ ਅਨੁਸਾਰ ਦੂਜੇ ਦਿਨ ਵੀ ਮੰਗਣ ਚਲੇ ਗਏ। ਤੀਸਰੇ ਦਿਨ ਫਿਰ ਚਰਨਾਂ ਵਿੱਚ ਹਾਜ਼ਰ ਹੋਏ। ਫਿਰ ਤਖਤ 'ਤੇ ਬੈਠਣ ਦਾ ਹੁਕਮ ਹੋਇਆ ਤੇ ਉਹਨਾਂ ਦੇ ਇਨਕਾਰ ਕਰਨ 'ਤੇ ਤੀਜੇ ਦਿਨ ਵੀ ਮੰਗਣ ਦਾ ਹੁਕਮ ਹੋਇਆ। 3 ਦਿਨ ਇਸੇ ਤਰ੍ਹਾਂ ਹੁੰਦਾ ਰਿਹਾ। ਪਤਾ ਨਹੀਂ ਕੀ ਪ੍ਰੀਖਿਆ ਸੀ, ਇਹ ਤਾਂ ਮਾਲਕ ਆਪ ਹੀ ਜਾਣਨ। ਚੌਥੇ ਦਿਨ ਹੁਕਮ ਕੀਤਾ ਕਿ ਜਿਸ ਜੋਤ ਦਾ ਧਿਆਨ ਅਸੀਂ ਹਿਰਦੇ ਤੋਂ ਕੀਤਾ, ਹੁਣ ਉਹ ਤੁਹਾਡੇ ਹਿਰਦੇ 'ਤੇ ਹੈ ਤੇ ਤੁਸੀਂ ਉਸ ਸਰੂਪ ਦਾ ਧਿਆਨ ਸਾਹਮਣੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਰੱਖ ਕੇ ਧਿਆਨ ਕਰਨਾ
ਤੇ ਆਪ ਨੀਵੇਂ ਹੋ ਕੇ ਉਹਨਾਂ ਦੇ ਚਰਨਾਂ ਵਿੱਚ ਬੈਠਣਾ। ਹੁਣ ਘੋਰ ਕਲਯੁਗ ਦਾ ਸਮਾਂ ਹੈ। ਜੋ ਵੀ ਕਰਨਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਉਪਦੇਸ਼ ਦੇ ਕੇ ਕਰਨਾ ਤੇ ਕਰਾਉਣਾ। ਤੁਹਾਡੀ ਦਰਗਾਹੋਂ ਇਹੀ ਸੇਵਾ ਲੱਗੀ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਪੂਜਾ ਕਰਨੀ ਕਰਾਉਣੀ ਹੈ। ਇਹੋ ਹੀ ਕਲਯੁਗ ਦੇ ਗੁਰੂ ਹਨ ਤੇ ਸਤਿਗੁਰਾਂ ਦੇ ਸਰੂਪ ਨੂੰ ਹਰ ਵਕਤ ਸਾਹਮਣੇ ਰੱਖਣਾ। ਦੁਨੀਆ ਦੇ ਲੋਕ ਸਤਿਗੁਰਾਂ ਦਾ ਸਤਿਕਾਰ ਕਰਨਾ ਭੁੱਲ ਗਏ ਹਨ। ਆਉਣ ਵਾਲੇ ਸਮੇਂ ਵਿੱਚ ਹੋਰ ਵੀ ਭੁੱਲ ਜਾਣਗੇ। ਇਸ ਤੋਂ ਉਪਰੰਤ ਬਾਬਾ ਆਨੰਦ ਸਿੰਘ ਜੀ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਪਹਿਲਾਂ ਵੀ ਕਰਦੇ ਸਨ, ਪਰ ਹੁਕਮ ਅਨੁਸਾਰ ਹੋਰ ਵੀ ਵੱਧ ਕਰ ਦਿੱਤਾ ਕਿ ਜਿਸ ਦਾ ਅੱਜ ਤੋਂ ਨਾਨਕਸਰ ਠਾਠ ਵਿੱਚ ਅਤੇ ਬਾਬਾ ਜੀ ਦੇ ਸੇਵਕਾਂ ਦੇ ਘਰ ਵਿੱਚ ਵੇਖਿਆ ਜਾ ਸਕਦਾ ਹੈ। ਇਹ ਬਚਨ ਸਰਦਾਰ ਰਣਪਾਲ ਸਿੰਘ ਬਹਿੜੀਵਾਲ, ਜਿਸ ਨੂੰ ਬਾਬਾ ਜੀ ਕਲੇਰਾਂ ਵਾਲੇ ਗੋਪਾਲ ਸਿੰਘ ਕਰਕੇ ਬੁਲਾਉਂਦੇ ਹੁੰਦੇ ਸਨ, ਉਹਨਾਂ ਤੋਂ ਮਿਲੇ। ਟੂਟੀ ਗਾਂਢਣਹਾਰ ਗੋਪਾਲ। ਪਟਿਆਲੇ ਸ਼ਹਿਰ ਵਿੱਚ ਇੱਕ ਲੜਕੀ ਸੀ। ਉਸ ਦੀ ਆਪਣੇ ਪਤੀ ਨਾਲ ਨਹੀਂ ਬਣਦੀ ਸੀ। ਦੋਵੇਂ ਮਾਵਾਂ ਧੀਆਂ ਇਕੱਠੀਆਂ ਹੋ ਕੇ ਬਾਬਾ ਜੀ ਪਾਸ ਟਿੱਲੇ 'ਤੇ ਆਈਆਂ ਤੇ ਬੇਨਤੀ ਕੀਤੀ। ਬਾਬਾ ਜੀ ਨੇ ਬੇਨਤੀ ਸੁਣਨ ਤੋਂ ਉਪਰੰਤ ਬਚਨ ਕੀਤਾ ਕਿ ਕੰਨਿਆ ਦਾ ਕਾਰਜ ਤਾਂ ਹੋ ਜਾਏਗਾ, ਪਰ ਜੋ ਕਹਾਂਗਾ ਕਰਨਾ ਪਵੇਗਾ, ਸਿਦਕ ਰੱਖੀ। ਉਸ ਵੇਲੇ ਭਾਈ ਘੁੱਕਰ ਸਿੰਘ ਅਕਾਲੀ ਤੇ ਇਸ ਦਾ ਸਾਥੀ ਸੁੰਦਰ ਸਿੰਘ ਬਾਬਾ ਜੀ ਕੋਲ ਬੈਠੇ ਸਨ। ਬਾਬਾ ਜੀ ਨੇ ਉਸ ਨੂੰ ਪੁੱਛਿਆ ਕਿ ਦੇਵੀ ਕੁਛ ਪੜ੍ਹੀ ਹੈ? ਉਸ ਦੇ ਹਾਂ ਕਹਿਣ 'ਤੇ ਬਚਨ ਲਿਖ ਲੈਣ ਦਾ ਹੁਕਮ ਹੋਇਆ। ਜਦੋਂ ਬਾਬਾ ਜੀ ਨੇ ਬਚਨ ਲਿਖਾਇਆ ਤਾਂ ਘੁੱਕਰ ਸਿੰਘ ਤੇ ਸੁੰਦਰ ਸਿੰਘ ਸੁਣ ਕੇ ਕਹਿਣ ਲੱਗੇ ਕਿ ਇਹ ਕੀ ਗੱਲ ਹੋਈ, ਅੱਜ ਨਵੀਂ ਗੱਲ ਹੀ ਸੁਣੀ ਹੈ। ਬਾਬਾ ਜੀ ਨੇ ਉੱਤਰ ਦਿੱਤਾ ਕਿ ਇਸ ਲੜਕੀ ਦਾ ਸਿਦਕ ਕਾਇਮ ਹੈ, ਇਸ ਦੇ ਸਿਦਕ ਆਸਰੇ ਇਸ ਦਾ ਕਾਰਜ ਸੁੱਧ ਹੋਣਾ ਹੈ। ਇਹ ਬਚਨ ਲਿਖਣ ਤੋਂ ਬਾਅਦ ਲੜਕੀ ਨੂੰ ਹੁਕਮ ਹੋਇਆ ਕਿ ਇਸ ਦੇ 30 ਪਾਠ ਰੋਜ਼ ਕਰਨੇ ਹਨ। ਜੇ ਤਾਂ 50 ਕਰ ਲਵੇਂ ਤਾਂ ਸਭ ਤੋਂ ਚੰਗਾ ਹੋ ਜਾਵੇਗਾ। ਉਸ ਕੰਨਿਆ ਨੇ ਬਾਬਾ ਜੀ ਦੇ ਹੁਕਮ ਅਨੁਸਾਰ 50 ਪਾਠ ਸ਼ੁਰੂ ਕਰ ਦਿੱਤੇ। ਕੁਝ ਦਿਨਾਂ ਬਾਅਦ ਹੀ ਉਸ ਦਾ ਪਤੀ ਲੈਣ ਆ ਗਿਆ। ਪਹਿਲਾਂ ਤਾਂ ਉਸ ਲੜਕੀ ਨੇ ਜਾਣ ਤੋਂ ਇਨਕਾਰ ਕੀਤਾ। ਜਦ ਉਸ ਦੇ ਪਤੀ ਨੇ ਪੁੱਛਿਆ ਕਿ ਤੂੰ ਜਾਂਦੀ ਕਿਉਂ ਨਹੀਂ ਜਦੋਂ ਮੈਂ ਲੈਣ ਆਇਆ ਹਾਂ, ਤਾਂ ਉੱਤਰ ਵਿੱਚ ਲੜਕੀ ਨੇ ਕਿਹਾ, ਤੂੰ ਸ਼ਰਾਬੀ ਕਬਾਬੀ ਹੈ, ਤੈਨੂੰ ਸ਼ਰਾਬ ਤੇ ਮਾਸ ਛੱਡਣਾ ਪਵੇਗਾ। ਤੇ ਉਸ ਦੇ ਪਤੀ ਨੇ ਕਿਹਾ ਕਿ ਮੈਂ ਸਾਰਾ ਕੁਝ ਛੱਡਣ ਦਾ ਨਿਯਮ ਕਰਕੇ ਤੈਨੂੰ ਲੈਣ ਵਾਸਤੇ ਆਇਆ ਹਾਂ। ਉਸ ਲੜਕੀ ਨੇ ਕਿਹਾ ਕਿ ਮੈਂ ਪਹਿਲਾਂ ਭੁੱਚੋ ਜਾਵਾਂਗੀ ਤੈਨੂੰ ਨਾਲ ਲੈ ਕੇ, ਤੈਨੂੰ ਮੇਰੇ ਨਾਲ ਉੱਥੇ ਚੱਲਣਾ ਹੋਵੇਗਾ। ਉਪਰੰਤ ਉਹ ਲੜਕੀ ਆਪਣੇ ਪਤੀ ਸਮੇਤ ਬਾਬਾ ਜੀ ਕੋਲ ਆਈ। ਜਿਸ ਵੇਲੇ ਉਹ ਆਈ ਤਾਂ ਅੱਗੇ ਘੁੱਕਰ ਸਿੰਘ ਤੇ ਸੁੰਦਰ ਸਿੰਘ ਬੈਠੇ ਸਨ। ਬਾਬਾ ਜੀ ਘੁੱਕਰ ਸਿੰਘ ਤੇ ਸੁੰਦਰ ਸਿੰਘ ਵੱਲ ਇਸ਼ਾਰਾ ਕਰਕੇ ਕਹਿਣ ਲੱਗੇ ਕਿ ਲੜਕੀ ਆਪਣੇ ਪਤੀ ਨੂੰ ਲੈ ਕੇ ਆ ਗਈ, ਤੁਸੀਂ ਆਪਣੇ ਅੱਖੀਂ ਵੇਖ ਲਵੋ। ਤੁਸੀਂ ਉਸ ਦਿਨ ਹੱਸ ਰਹੇ ਸੀ। ਉਪਰੰਤ ਉਸ ਲੜਕੀ ਨੇ ਤੇ ਉਸ ਦੇ ਪਤੀ ਨੇ ਬਾਬਾ ਜੀ ਦੇ ਚਰਨਾਂ ਵਿੱਚ ਮੱਥਾ ਟੇਕਿਆ। ਇਸ ਦੇ ਸਿਦਕ ਨੂੰ ਭਾਗ ਲੱਗੇ ਹਨ। ਬਾਬਾ ਜੀ ਨੇ ਉਸ ਲੜਕੀ ਨੂੰ ਪੁੱਛਿਆ, ਕਿਉਂ ਦੇਵੀ, ਹੁਣ ਸਭ ਕੁਝ ਠੀਕ ਹੈ?
ਉਸ ਦੇ ਹਾਂ ਕਹਿਣ 'ਤੇ ਬਾਬਾ ਜੀ ਨੇ ਅਸ਼ੀਰਵਾਦ ਦੇ ਕੇ ਜਾਣ ਦੀ ਆਗਿਆ ਦਿੱਤੀ। ਇਹ ਬਚਨ ਸਰਦਾਰ ਘੁੱਕਰ ਸਿੰਘ ਅਕਾਲੀ ਤੋਂ ਮਿਲੇ, ਜਿਸ ਦੇ ਸਾਹਮਣੇ ਇਹ ਸਭ ਕੁਝ ਹੋਇਆ ਸੀ। ਜੁਗੋ ਜਗੰਤਰ ਭੁਗਤ ਤੁਮਾਰੇ, ਕੀਰਤ ਕਰੇ ਸੁਆਮੀ ਤੇਰੇ ਦੁਆਰੇ। ਇੱਕ ਵਾਰ ਬੀਬੀ ਸਾਹਿਬ ਕੌਰ ਬਾਬਾ ਜੀ ਦੇ ਦਰਸ਼ਨ ਕਰਨ ਆਈ। ਬਾਬਾ ਜੀ ਨੇ ਬਚਨ ਕੀਤਾ, ਇਹ ਬੀਬੀ ਤ੍ਰੇਤੇ ਯੁੱਗ ਤੋਂ ਲੈ ਕੇ ਸਾਡੇ ਨਾਲ ਬੰਦਗੀ ਕਰਦੀ ਆਈ ਹੈ, ਸਾਡੇ ਨਾਲ ਜਨਮ ਲੈਂਦੀ ਰਹਿੰਦੀ ਹੈ। ਤ੍ਰੇਤੇ ਯੁੱਗ ਵਿੱਚ ਇਹ ਬੀਬੀ ਰਾਜੇ ਦੇ ਘਰ ਲੜਕੀ ਸੀ, ਜਿਸ ਰਾਜੇ ਦਾ ਰਾਵੀ ਦੇ ਕੰਢੇ ਤੱਕ ਰਾਜ ਸੀ। ਇੱਕ ਕੰਢੇ 'ਤੇ ਬੀਬੀ ਤਪ ਕਰਦੀ ਤੇ ਦੂਜੇ ਕੰਢੇ ਉੱਤੇ ਅਸੀਂ। ਬੀਬੀ ਦਾ ਪਿਤਾ ਰਾਜਾ ਬੀਬੀ ਦੀ ਸ਼ਾਦੀ ਕਰਨਾ ਚਾਹੁੰਦਾ ਸੀ। ਬੀਬੀ ਦੀ ਸ਼ਾਦੀ ਵਾਸਤੇ ਜਿਹੜੇ ਪਦਾਰਥ ਬਣੇ ਸਨ, ਬੀਬੀ ਨੇ ਬਚਨ ਕਰਕੇ ਚੌਲਾਂ ਦੀ ਥਾਂ ਪੱਥਰ ਬਣਾ ਦਿੱਤੇ ਤੇ ਅਸੀਂ ਉਸ ਸਮੇਂ ਰਾਵੀ ਦਰਿਆ ਦੇ ਦੂਜੇ ਕਿਨਾਰੇ 'ਤੇ ਬੰਦਗੀ ਕਰਦੇ ਹੁੰਦੇ ਸੀ। ਕੁਝ ਸਮਾਂ ਆਇਆ, ਅਸੀਂ ਉਸ ਜਗ੍ਹਾ ਨੂੰ ਛੱਡ ਕੇ ਚਲੇ ਗਏ। ਇਹ ਬਚਨ ਕਰਨ ਵੇਲੇ ਸੰਗਤ ਵਿੱਚ ਇੱਕ ਬੀਬੀ ਅਮਰ ਕੌਰ, ਜੋ ਕਿ ਬੁਲਾਡੇ ਦੀ ਸੀ, ਉਹ ਕਹਿਣ ਲੱਗੀ ਕਿ ਮਹਾਰਾਜ, ਇਹ ਗੱਲ ਤਾਂ ਸੱਚੀ ਨਹੀਂ ਲੱਗਦੀ। ਬਾਬਾ ਜੀ ਨੇ ਉਸ ਬੀਬੀ ਦੀ ਸ਼ੰਕਾ ਦੂਰ ਕਰਨ ਲਈ ਨਿਸ਼ਾਨੀਆਂ ਦੱਸ ਕੇ ਉਸ ਜਗ੍ਹਾ 'ਤੇ ਭੇਜਿਆ, ਜਿੱਥੇ ਉਸ ਸਮੇਂ ਬੀਬੀ ਸਾਹਿਬ ਕੌਰ ਦੀ ਕੁਟੀਆ ਹੁੰਦੀ ਸੀ। ਜਿਸ ਥਾਂ 'ਤੇ ਚੌਲਾਂ ਦੇ ਪੱਥਰ ਬਣੇ ਸਨ, ਬੀਬੀ ਅਮਰ ਕੌਰ ਉੱਥੇ ਪਹੁੰਚ ਕੇ ਨਿਸ਼ਾਨੀਆਂ ਲੈ ਆਈ। ਬਾਬਾ ਜੀ ਨੇ ਸਾਰੀ ਸੰਗਤ ਨੂੰ ਵਿਖਾਈਆਂ ਤੇ ਬੀਬੀ ਅਮਰ ਕੌਰ ਬਾਬਾ ਜੀ ਦੇ ਚਰਨਾਂ 'ਤੇ ਡਿੱਗ ਪਈ। ਇਸ ਤਰ੍ਹਾਂ ਬਾਬਾ ਜੀ ਨੇ ਸਾਰੀ ਸੰਗਤ ਨਾਲ ਬਚਨ ਬਿਲਾਸ ਕੀਤੇ। ਬਾਬਾ ਜੀ ਨੇ ਬਚਨ ਕੀਤਾ ਕਿ ਕਲਯੁਗ ਵਿੱਚ ਬੀਬੀ ਨੇ ਕੰਨਿਆ ਦਾ ਜਨਮ ਲਿਆ ਹੈ ਤੇ ਹੁਣ ਕੰਨਿਆ ਦੇ ਰੂਪ ਵਿੱਚ ਰਹਿ ਕੇ ਭਜਨ ਕਰੇਗੀ। ਜਦ ਬੀਬੀਆਂ ਜਾਣ ਲੱਗੀਆਂ ਤਾਂ ਬੀਬੀ ਸਾਹਿਬ ਕੌਰ ਨੂੰ ਬਾਬਾ ਜੀ ਨੇ ਇੱਕ ਕੱਪੜਾ ਦਿੱਤਾ। ਉਸ ਵੇਲੇ ਇੱਕ ਬਚਨ ਕੀਤਾ, ਜਦੋਂ ਸਾਡੇ ਦਰਸ਼ਨ ਦੀ ਲੋੜ ਹੋਵੇ ਤਾਂ ਇਹ ਕੱਪੜਾ ਉੱਪਰ ਲੈ ਲੈਣਾ। ਬੀਬੀ ਜੀ ਕੱਪੜਾ ਲੈ ਕੇ ਘਰ ਚਲੀ ਗਈ। ਜਦੋਂ ਵੀ ਬੀਬੀ ਜੀ ਨੇ ਬਾਬਾ ਜੀ ਦੇ ਹੁਕਮ ਅਨੁਸਾਰ ਦਰਸ਼ਨ ਕਰਨੇ ਹੁੰਦੇ, ਕੱਪੜਾ ਉੱਪਰ ਲੈ ਲੈਂਦੇ, ਤਾਂ ਉਸ ਵੇਲੇ ਚੁਬਾਰੇ ਵਿੱਚ ਇਸ ਤਰ੍ਹਾਂ ਦਾ ਪ੍ਰਕਾਸ਼ ਹੋ ਜਾਣਾ ਕਿ ਬਾਹਰੋਂ ਵੀ ਕੋਈ ਵੇਖ ਨਾ ਸਕੇ। ਨੋਟ: ਇਹ ਬਚਨ ਥੋੜ੍ਹੇ ਜਿਹੇ ਫਰਕ ਨਾਲ ਅੱਗੇ ਆ ਚੁੱਕਾ ਹੈ ਤੇ ਬਚਨ ਇਸ ਤਰ੍ਹਾਂ ਵੀ ਕੀਤਾ ਕਿ ਦੁਆਪਰ ਵਿੱਚ ਬੀਬੀ ਜੀ ਨੇ ਜਦੋਂ ਜਨਮ ਲਿਆ ਸੀ, ਉਸ ਵੇਲੇ ਬੀਬੀ ਦੀ ਆਵਾਜ਼ ਭਜਨ ਕਰਨ ਸਮੇਂ ਮਨਾਂ ਨੂੰ ਮੋਹ ਲੈਂਦੀ ਸੀ। ਭਟਕਦੇ ਹੋਏ ਮਨਾਂ ਨੂੰ ਸ਼ਾਂਤੀ ਆ ਜਾਂਦੀ ਸੀ। ਉਸ ਵੇਲੇ ਦੀ ਬੀਬੀ ਜੀ ਦੀ ਕੁਟੀਆ ਦੀ ਕੰਧ ਅਜੇ ਖੜੀ ਹੈ। ਕੁਟੀਆ ਦਾ ਬਾਰ ਧਰੂ ਵੱਲ ਹੁੰਦਾ ਸੀ। ਇੱਕ ਵਾਰੀ ਫਿਰ ਬੀਬੀ ਬਾਬਾ ਜੀ ਦੇ ਦਰਸ਼ਨ ਕਰਨ ਆਈ ਅਤੇ ਬੇਨਤੀ ਕੀਤੀ, ਸੱਚੇ ਪਾਤਸ਼ਾਹ, ਕਿ 4 ਯੁੱਗ ਮੈਂ ਤੁਹਾਡੇ ਨਾਲ ਤਪੱਸਿਆ ਕੀਤੀ ਹੈ, ਫਿਰ ਮੇਰਾ ਜਨਮ ਰਾਖਸ਼ਾਂ ਵਰਗੇ ਬੰਦਿਆਂ ਦੇ ਘਰ ਕਿਉਂ ਹੋਇਆ? ਬਾਬਾ ਜੀ ਨੇ ਬਚਨ ਕੀਤਾ
ਬੀਬੀ ਜੀ ਪ੍ਰਹਿਲਾਦ ਭਗਤ ਵੀ ਰਾਖਸ਼ਾਂ ਦੇ ਘਰ ਜੰਮਿਆ ਸੀ। ਉਹਨਾਂ ਦਾ ਉਧਾਰ ਕਰਨਾ ਸੀ। ਇਹਨਾਂ ਦਾ ਉਧਾਰ ਕਰਨ ਵਾਸਤੇ ਤੇਰਾ ਜਨਮ ਇੱਥੇ ਹੋਇਆ। ਫਿਰ ਬੀਬੀ ਨੇ ਬੇਨਤੀ ਕੀਤੀ ਕਿ ਮੇਰਾ ਇਸਤਰੀ ਦਾ ਜਨਮ ਕਿਉਂ ਨਹੀਂ ਬਦਲਿਆ। ਤਾਂ ਬਾਬਾ ਜੀ ਨੇ ਹੁਕਮ ਦਿੱਤਾ, ਤੇਰੇ ਵਿੱਚ ਬਾਰ-ਬਾਰ ਹੰਕਾਰ ਦਾ ਕਿਣਕਾ ਰਹਿਣ ਕਰਕੇ ਤੈਨੂੰ ਇਸਤਰੀ ਦਾ ਜਾਮ ਮਿਲਿਆ। ਜਦੋਂ ਦਾਣਾ ਭੱਠੀ ਵਿੱਚ ਭੁੱਜ ਜਾਵੇ ਫਿਰ ਹਰਾ ਨਹੀਂ ਹੁੰਦਾ। ਇਸ ਤੋਂ ਮਗਰੋਂ ਤੇਰਾ ਇਸਤਰੀ ਜਨਮ ਨਹੀਂ ਹੋਵੇਗਾ। ਇਹ ਬਚਨ ਬੀਬੀ ਗੁਰਦਿਆਲ ਕੌਰ ਪੁੰਨੀਵਾਲਾ ਤੋਂ ਮਿਲਿਆ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ।